ਵੈਲਕਮ ਬੈਕ। 2022 ਦੇ ਵਿੱਚ ਵੀ ਅਸੀਂ ਬੈਸਟ ਹੈਲਥ ਇੰਸ਼ੋਰੈਂਸ ਨੂੰ ਡਿਟੇਲ ਦੇ ਵਿੱਚ ਐਨਲਾਈਜ਼ ਕੀਤਾ ਸੀ। ਅਸੀਂ ਇਹਨਾਂ ਸਾਰੀਆਂ ਹੈਲਥ ਇੰਸ਼ੋਰੈਂਸਸ ਨੂੰ 5 ਅਲੱਗ-ਅਲੱਗ ਪੈਰਾਮੀਟਰ ਤੇ ਐਨਲਾਈਜ਼ ਕੀਤਾ ਸੀ, ਜਿਵੇਂ ਕਿ ਕਲੇਮ ਸੈਟਲਮੈਂਟ ਰੇਸ਼ੋ, ਇਨਕਿਉਰਡ ਕਲੇਮਸ ਰੇਸ਼ੋ, ਸਪੀਡ ਆਫ ਅਪਰੂਵਲ ਵਗੈਰਾ ਵਗੈਰਾ। ਇਹ ਸਾਰੀਆਂ ਚੀਜ਼ਾਂ ਐਨਾਲਾਈਜ਼ ਕਰਨ ਤੋਂ ਬਾਅਦ ਟੌਪ 7 ਹੈਲਥ ਇੰਸ਼ੋਰੈਂਸਸ ਦੀ ਲਿਸਟ ਬਣੀ ਸੀ ਤੇ 2022 ਦੀਆਂ ਉਹ ਟੌਪ 7 ਹੈਲਥ ਇੰਸ਼ੋਰੈਂਸਸ ਸੀ ਬਜਾਜ ਅਲੀਅੰਸ, HDFC Ergo, ਟਾਟਾ AIG, SBI ਜਨਰਲ, ਸਟਾਰ ਹੈਲਥ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਤੇ ਓਰੀਐਂਟਲ ਇੰਸ਼ੋਰੈਂਸ। ਅਸੀਂ IRDAI ਦੀ ਲੇਟੈਸਟ ਰਿਪੋਰਟ ਵੀ ਐਨਾਲਾਈਜ਼ ਕੀਤੀ ਤੇ ਬ੍ਰੌਡਲੀ ਪਤਾ ਚੱਲਿਆ ਕਿ 2023 ਦੇ ਵਿੱਚ ਵੀ ਇਹੀ ਕੰਪਨੀਆਂ ਨੇ ਜਿਹੜੀਆਂ ਬੈਸਟ ਪਰਫਾਰਮ ਕਰ ਰਹੀਆਂ ਨੇ। ਸੋ ਅਸੀਂ ਸੋਚਿਆ ਕਿ 2023 ਦੇ ਵਿੱਚ ਇੱਕ ਸਟੈਪ ਅੱਗੇ ਚੱਲਦੇ ਹਾਂ। ਇਸ ਵੀਡੀਓ ਦੇ ਐਂਡ ਤੇ ਤੁਹਾਨੂੰ ਇੱਕ ਕਲੀਅਰ ਆਨਸਰ ਮਿਲ ਜਾਏਗਾ ਕਿ ਤੁਹਾਨੂੰ ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਲੈਣੀ ਚਾਹੀਦੀ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹਨਾਂ ਕੰਪਨੀਆਂ ਦੇ ਮਲਟੀਪਲ ਹੈਲਥ ਇੰਸ਼ੋਰੈਂਸ ਪਲਾਨਸ ਹੁੰਦੇ ਆ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਸਾਰੀਆਂ ਕੰਪਨੀਆਂ ਦੇ ਬੈਸਟ ਵਾਲੇ ਪਲਾਨਸ ਨੂੰ ਹੀ ਕੰਪੇਅਰ ਕਰ ਰਹੇ ਹਾਂ 6 ਅਲੱਗ-ਅਲੱਗ ਪੈਰਾਮੀਟਰ ਦੇ, ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਜੋ ਪੈਰਾਮੀਟਰ ਆਉਂਦਾ ਉਹ ਹੈ ਹਸਪੀਟਲਸ ਦਾ ਨੈਟਵਰਕ। ਇਹਦਾ ਮਤਲਬ ਹੁੰਦਾ ਹੈ ਕਿ ਕੰਪਨੀ ਦਾ ਕਿੰਨੇ ਹਸਪੀਟਲਸ ਦੇ ਨਾਲ ਟਾਈ ਅਪ ਹੈ ਤੇ ਜਿਨ੍ਹਾਂ ਨਾਲ ਟਾਈ ਅਪ ਉੱਥੇ ਤੁਹਾਨੂੰ ਕੈਸ਼ਲੈਸ ਕਲੇਮ ਮਿਲ ਜਾਂਦਾ ਹੈ, ਯਾਨੀ ਕਿ ਉੱਥੇ ਤੁਹਾਨੂੰ ਕਲੇਮ ਲੈਣ ਲਈ ਅਪਫਰੰਟ ਕੁਝ ਵੀ ਨਹੀਂ ਦੇਣਾ ਪੈਂਦਾ। ਤੇ ਜਿਨ੍ਹਾਂ ਨਾਲ ਟਾਈ ਅਪ ਨਹੀਂ ਹੈ ਉੱਥੇ ਤੁਹਾਨੂੰ ਪਹਿਲਾਂ ਬਿੱਲ ਖੁਦ ਭਰਨੇ ਪੈਂਦੇ ਆ, ਬਾਅਦ 'ਚ ਉਹੀ ਬਿੱਲ ਲੈ ਕੇ ਤੁਸੀਂ ਕੰਪਨੀ ਕੋਲ ਜਾਂਦੇ ਹੋ ਤੇ ਉਹ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਮੰਗਦੇ ਹੋ ਤੇ ਉਹ ਤੁਹਾਨੂੰ ਪੈਸੇ ਦੇ ਦਿੰਦੇ ਆ। ਸੋ ਇਹ ਤਾਂ ਆਬਵੀਅਸ ਹੈ ਕਿ ਜਿੰਨੇ ਜ਼ਿਆਦਾ ਹਸਪੀਟਲਸ ਨਾਲ ਕੰਪਨੀ ਦਾ ਟਾਈ ਅਪ ਹੋਏਗਾ ਉਨਾ ਹੀ ਜ਼ਿਆਦਾ ਬੈਟਰ ਹੈ, ਤੁਹਾਨੂੰ ਕੈਸ਼ਲੈਸ ਕਲੇਮ ਮਿਲਣ ਦੇ ਚਾਂਸਸ ਉਨੇ ਹੀ ਵੱਧ ਜਾਂਦੇ ਆ। ਇਸ ਟੇਬਲ ਦੇ ਵਿੱਚ ਸਾਨੂੰ ਕਲੀਅਰਲੀ ਦਿਖ ਰਿਹਾ ਹੈ ਕਿ ਸਟਾਰ ਹੈਲਥ ਨੇ ਸਭ ਤੋਂ ਜ਼ਿਆਦਾ ਹਸਪੀਟਲਸ ਦੇ ਨਾਲ ਟਾਈ ਅਪ ਕੀਤਾ ਹੋਇਆ ਹੈ। HDFC Ergo ਤੇ SBI ਜਨਰਲ ਵੀ ਬਿਲਕੁਲ ਇਹਦੇ ਪਿੱਛੇ ਹੀ ਹੈ। ਬਜਾਜ ਅਲੀਅੰਸ ਚੌਥੇ ਨੰਬਰ ਤੇ ਆਉਂਦਾ ਤੇ ਟਾਟਾ AIG 5ਵੇਂ ਨੰਬਰ ਤੇ। ਯੂਨਾਈਟਿਡ ਇੰਡੀਆ ਤੇ ਓਰੀਐਂਟਲ ਇੰਡੀਆ ਤਾਂ ਕਾਫੀ ਪਿੱਛੇ ਚੱਲ ਰਹੇ ਆ। ਦੂਜੇ ਨੰਬਰ ਦਾ ਪੈਰਾਮੀਟਰ ਹੈ ਨੋ ਕਲੇਮ ਬੋਨਸ। ਫॉर ਐਗਜ਼ਾਮਪਲ ਜੇਕਰ ਤੁਸੀਂ ਕਿਸੇ ਸਾਲ ਦੇ ਵਿੱਚ ਕੋਈ ਕਲੇਮ ਨਹੀਂ ਕੀਤਾ ਤੇ ਕੰਪਨੀਆਂ ਤੁਹਾਨੂੰ ਕੁਝ ਬੋਨਸ ਦੇ ਦਿੰਦੀਆਂ ਨੇ, ਜਿਹਨੂੰ ਕਹਿੰਦੇ ਨੋ ਕਲੇਮ ਬੋਨਸ। ਹੁਣ ਇਹ ਨੋ ਕਲੇਮ ਬੋਨਸ ਦੋ ਤਰ੍ਹਾਂ ਦਾ ਹੁੰਦਾ। ਪਹਿਲਾ ਤਾਂ ਇਹ ਕਿ ਅਗਲੇ ਸਾਲ ਦੇ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਕੁਝ ਡਿਸਕਾਊਂਟ ਮਿਲ ਜਾਂਦਾ ਹੈ। ਫॉर ਐਗਜ਼ਾਮਪਲ ਜੇਕਰ ਤੁਸੀਂ 10,000 ਦਾ ਐਨੂਅਲ ਪ੍ਰੀਮੀਅਮ ਭਰਦੇ ਹੋ ਤੇ ਜੇ ਸਾਲ ਦੇ ਵਿੱਚ ਤੁਸੀਂ ਕੋਈ ਵੀ ਕਲੇਮ ਨਹੀਂ ਲੈਂਦੇ ਤਾਂ ਅਗਲੇ ਸਾਲ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਤੇ ਤੁਸੀਂ 9,000 ਜਾਂ ਫਿਰ 9500 ਦਾ ਪ੍ਰੀਮੀਅਮ ਭਰ ਸਕਦੇ ਹੋ। ਹੁਣ ਦੂਜੇ ਟਾਈਪ ਦਾ ਬੋਨਸ ਹੁੰਦਾ ਹੈ ਕਿ ਇਹ ਕੰਪਨੀਆਂ ਸੇਮ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਜ਼ਿਆਦਾ ਕਵਰ ਦੇ ਦਿੰਦੀਆਂ ਨੇ। ਤਾਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਆਲਮੋਸਟ ਸਾਰੀਆਂ ਕੰਪਨੀਆਂ ਦੂਜੇ ਟਾਈਪ ਦਾ ਬੋਨਸ ਹੀ ਪ੍ਰੈਫਰ ਕਰਦੀਆਂ ਨੇ ਤੇ ਇੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਕਵਰ HDFC Ergo ਦੇ ਵਿੱਚ ਦੇਖਣ ਨੂੰ ਮਿਲਦਾ, ਜੋ ਕਿ 200% ਤੱਕ ਹੈ। ਯਾਨੀ ਕਿ ਜੇਕਰ ਤੁਹਾਡੀ 25 ਲੱਖ ਦੀ ਪਾਲਿਸੀ ਹੈ ਤੇ ਤੁਸੀਂ 8 ਸਾਲ ਦੇ ਵਿੱਚ ਕੋਈ ਕਲੇਮ ਨਹੀਂ ਕਰਦੇ ਤਾਂ ਤੁਹਾਡਾ ਕਵਰ 200% ਵੱਧ ਜਾਏਗਾ, ਯਾਨੀ ਕਿ 50 ਲੱਖ ਤੋਂ ਵੱਧ ਕੇ 75 ਲੱਖ ਹੋ ਜਾਏਗਾ। ਟਾਟਾ AIG ਤੇ ਸਟਾਰ ਹੈਲਥ 100% ਤੱਕ ਦਾ ਬੋਨਸ ਦਿੰਦੇ ਆ। ਬਜਾਜ ਅਲੀਅੰਸ ਤੇ SBI ਜਨਰਲ 50% ਤੱਕ ਦਾ ਬੋਨਸ ਦਿੰਦੇ ਆ। ਯੂਨਾਈਟਿਡ ਇੰਡੀਆ ਤੇ ਓਰੀਐਂਟਲ ਇੰਡੀਆ ਤਾਂ ਕੋਈ ਬੋਨਸ ਦੇ ਹੀ ਨਹੀਂ ਰਹੇ। ਸੋ ਸਾਡੀ ਰਿਕਮੈਂਡੇਸ਼ਨ ਦੇ ਅਕੋਰਡਿੰਗ ਇੱਕ ਕਾਫੀ ਇੰਪੋਰਟੈਂਟ ਫੈਕਟਰ ਹੈ ਪਾਲਿਸੀ ਡਿਸਾਈਡ ਕਰਨ ਦੇ ਲਈ। ਤੀਜਾ ਪੈਰਾਮੀਟਰ ਹੈ ਰੂਮ ਰੈਂਟ ਲਿਮਿਟ। ਹੁਣ ਇਹਦਾ ਮਤਲਬ ਹੈ ਕਿ ਤੁਸੀਂ ਕਿੰਨੇ ਤੱਕ ਦਾ ਰੂਮ ਲੈ ਸਕਦੇ ਹੋ ਤੇ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੈ। ਮੰਨ ਲਓ ਤੁਹਾਡੀ ਪਾਲਿਸੀ ਦੇ ਵਿੱਚ 5000 ਰੁਪਏ ਦੀ ਰੂਮ ਰੈਂਟ ਦੀ ਲਿਮਿਟ ਹੈ ਕਿ ਤੁਸੀਂ 5000 ਤੱਕ ਦਾ ਰੂਮ ਲੈ ਸਕਦੇ ਹੋ ਤੇ ਤੁਹਾਡੀ ਟੋਟਲ ਪਾਲਿਸੀ 10 ਲੱਖ ਰੁਪਏ ਦੀ ਹੈ ਤੇ ਤੁਸੀਂ 10000 ਰੁਪਏ ਵਾਲਾ ਰੂਮ ਲੈ ਲਿਆ ਤੇ ਤੁਹਾਡਾ ਟੋਟਲ ਖਰਚਾ 3 ਲੱਖ ਰੁਪਏ ਹੋਇਆ ਹਸਪਤਾਲ ਦੇ ਵਿੱਚ। ਹੁਣ ਕਿਉਂਕਿ ਤੁਸੀਂ 10000 ਵਾਲਾ ਰੂਮ ਲਿਆ ਸੀ ਤੇ ਜੋ ਕਿ ਤੁਹਾਡੀ ਪਾਲਿਸੀ ਉਹਦੇ ਵਿੱਚ 5000 ਰੁਪਏ ਵਾਲੀ ਦੀ ਰੂਮ ਰੈਂਟ ਲਿਮਿਟ ਹੈ, ਜੋ ਕਿ ਉਹਦੀ 50% ਹੀ ਹੈ, ਤਾਂ ਤੁਸੀਂ ਟੋਟਲ ਖਰਚੇ ਦਾ 50% ਹੀ ਕਲੇਮ ਕਰ ਸਕਦੇ ਹੋ, ਯਾਨੀ ਕਿ ਤੁਹਾਨੂੰ ਸਿਰਫ 1.5 ਲੱਖ ਰੁਪਏ ਹੀ ਕਲੇਮ ਦਾ ਮਿਲੇਗਾ। ਬਜਾਜ, HDFC, ਟਾਟਾ ਤੇ SBI ਦੇ ਵਿੱਚ ਰੂਮ ਰੈਂਟ ਦੀ ਕੋਈ ਲਿਮਿਟ ਨਹੀਂ ਹੈ। ਸਟਾਰ ਹੈਲਥ ਦੇ ਵਿੱਚ ਤੁਸੀਂ ਇੱਕ ਸਿਰਫ ਸਿੰਗਲ ਪ੍ਰਾਈਵੇਟ ਰੂਮ ਲੈ ਸਕਦੇ ਹੋ, ਚਾਹੇ ਉਹ ਜਿੰਨਾ ਵੀ ਮਹਿੰਗਾ ਹੋਵੇ। ਯੂਨਾਈਟਿਡ ਇੰਸ਼ੋਰੈਂਸ ਤੇ ਓਰੀਐਂਟਲ ਇੰਡੀਆ ਇੰਸ਼ੋਰੈਂਸ ਦੇ ਵਿੱਚ ਤੁਸੀਂ ਆਪਣੀ ਟੋਟਲ ਪਾਲਿਸੀ ਦਾ ਮੈਕਸਿਮਮ 1% ਤੱਕ ਦਾ ਰੂਮ ਰੈਂਟ ਤੇ ਲੈ ਸਕਦੇ ਹੋ। ਫॉर ਐਗਜ਼ਾਮਪਲ ਜੇਕਰ ਤੁਹਾਡੀ 10 ਲੱਖ ਦੀ ਪਾਲਿਸੀ ਹੈ ਤਾਂ ਤੁਸੀਂ ਮੈਕਸਿਮਮ 10,000 ਤੱਕ ਦਾ ਰੂਮ ਰੈਂਟ ਤੇ ਲੈ ਸਕਦੇ ਹੋ। ਸੋ ਹੁਣ ਤੱਕ ਸਾਰੀਆਂ ਗਵਰਨਮੈਂਟ ਇੰਸ਼ੋਰੈਂਸ ਕੰਪਨੀਆਂ ਜਿਵੇਂ ਕਿ ਯੂਨਾਈਟਿਡ ਇੰਡੀਆ ਤੇ ਓਰੀਐਂਟਲ ਇੰਡੀਆ ਬਿਲਕੁਲ ਪਿੱਛੇ ਚੱਲ ਰਹੀਆਂ ਨੇ ਤੇ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵਿੱਚੋਂ HDFC Ergo ਸਭ ਤੋਂ ਬੈਸਟ ਕਰ ਰਹੀ ਹੈ। ਟਾਟਾ AIG ਤੇ ਸਟਾਰ ਹੈਲਥ ਵੀ ਬਿਲਕੁਲ ਇਹਦੇ ਕਲੋਜ਼ ਹੀ ਹੈ। ਚੌਥਾ ਪੈਰਾਮੀਟਰ ਹੈ ਵੇਟ ਫॉर ਪ੍ਰੀ ਐਗਜ਼ਿਸਟਿੰਗ ਡਿਸੀਜ਼। ਜੇਕਰ ਤੁਹਾਨੂੰ ਪਹਿਲਾਂ ਤੋਂ ਕੋਈ ਡਿਸੀਜ਼ ਹੈ ਤਾਂ ਉਹਦਾ ਕਲੇਮ ਲੈਣ ਲਈ ਤੁਹਾਨੂੰ 2 ਤੋਂ 3 ਸਾਲ ਲਈ ਵੇਟ ਕਰਨਾ ਪੈਂਦਾ ਹੈ। ਇੱਥੇ ਬਜਾਜ ਅਲੀਅੰਸ ਤੇ ਟਾਟਾ AIG ਤੁਹਾਨੂੰ 2 ਸਾਲ ਦਾ ਵੇਟਿੰਗ ਪੀਰੀਅਡ ਆਫਰ ਕਰਦੇ ਆ। HDFC Ergo 3 ਸਾਲ ਦਾ ਵੇਟਿੰਗ ਪੀਰੀਅਡ ਆਫਰ ਕਰਦਾ ਤੇ ਬਾਕੀ ਸਾਰੇ 4 ਸਾਲ ਦਾ ਵੇਟਿੰਗ ਪੀਰੀਅਡ ਆਫਰ ਕਰਦੇ ਆ। ਇਸ ਪੈਰਾਮੀਟਰ ਤੇ ਵੀ ਪ੍ਰਾਈਵੇਟ ਕੰਪਨੀਆਂ ਗਵਰਨਮੈਂਟ ਕੰਪਨੀਆਂ ਨਾਲੋਂ ਬੈਟਰ ਕਰ ਰਹੀਆਂ ਨੇ। ਸਾਡੇ ਲਾਸਟ 2 ਪੈਰਾਮੀਟਰ ਨੇ ਮੈਟਰਨਿਟੀ ਕਵਰ ਤੇ OPD ਐਕਸਪੈਂਸਸ। ਮੈਟਰਨਿਟੀ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਤੇ OPD ਜਾਂ ਆਊਟ ਪੇਸ਼ੈਂਟ ਡਿਪਾਰਟਮੈਂਟ ਦਾ ਮਤਲਬ ਹੁੰਦਾ ਕਿ ਉਹ ਸਾਰੇ ਖਰਚੇ ਜਿਨ੍ਹਾਂ ਲਈ ਤੁਹਾਨੂੰ ਹਸਪਤਾਲ ਦੇ ਵਿੱਚ ਐਡਮਿਟ ਨਹੀਂ ਹੋਣਾ ਪੈਂਦਾ, ਜਿਵੇਂ ਕਿ ਸਪੈਕਟੀਕਲਸ, ਕ੍ਰਚਸ ਜਾਂ ਫਿਰ ਡੈਂਟਲ ਟ੍ਰੀਟਮੈਂਟ ਵਗੈਰਾ। ਤੇ ਸਾਡੇ ਐਕਸਪੀਰੀਅੰਸ ਦੇ ਅਕੋਰਡਿੰਗ ਜੇਕਰ ਤੁਹਾਨੂੰ ਹੈਲਥ ਇੰਸ਼ੋਰੈਂਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੀ ਮਿਲਦੀਆਂ ਨੇ ਤਾਂ ਇਹ ਬਹੁਤ ਵਧੀਆ ਗੱਲ ਹੈ। ਇਸ ਪੈਰਾਮੀਟਰ ਤੇ ਵੀ ਬਜਾਜ ਅਲੀਅੰਸ ਸਭ ਤੋਂ ਬੈਸਟ ਕੰਪਨੀ ਹੈ ਤੇ ਟਾਟਾ AIG ਵੀ ਬਿਲਕੁਲ ਇਹਦੇ ਕਲੋਜ਼ ਹੀ ਹੈ। ਬਟ ਹੈਰਾਨੀ ਦੀ ਗੱਲ ਹੈ ਕਿ HDFC Ergo ਤੇ ਸਟਾਰ ਹੈਲਥ ਇਹ ਵਾਲੇ ਐਕਸਪੈਂਸਸ ਕਵਰ ਨਹੀਂ ਕਰਦੀਆਂ। ਯੂਨਾਈਟਿਡ ਇੰਡੀਆ ਤੇ ਓਰੀਐਂਟਲ ਇੰਡੀਆ ਤੋਂ ਤਾਂ ਇਹ ਉਮੀਦ ਵੀ ਨਹੀਂ ਸੀ, ਸੋ ਉਹਨਾਂ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਸੋ ਇਸੇ ਸਾਡੇ ਅੱਜ ਦੇ ਇੰਪੋਰਟੈਂਟ ਪੈਰਾਮੀਟਰਸ ਤੇ ਇੱਕ ਗੱਲ ਤਾਂ ਪੱਕੀ ਹੈ ਕਿ ਹਰ ਕਿਸੇ ਦੀ ਰਿਕੁਆਇਰਮੈਂਟ ਅਲੱਗ-ਅਲੱਗ ਹੋਏਗੀ। ਕਿਸੇ ਲਈ ਪ੍ਰੀ ਐਗਜ਼ਿਸਟਿੰਗ ਡਿਸੀਜ਼ ਦਾ ਵੇਟਿੰਗ ਪੀਰੀਅਡ ਘੱਟ ਹੋਣਾ ਚਾਹੀਦਾ ਤੇ ਕਿਸੇ ਦੀ ਪ੍ਰਾਇੋਰਟੀ ਰੂਮ ਰੈਂਟ ਹੋਏਗੀ ਤੇ ਕੋਈ ਹਸਪੀਟਲਸ ਦਾ ਨੈਟਵਰਕ ਦੇਖੇਗਾ। ਸੋ ਜੇਕਰ ਇਹ ਸਾਰੀਆਂ ਕੰਡੀਸ਼ਨਸ ਨੇ ਤਾਂ ਤੁਸੀਂ ਆਪਣੇ ਪ੍ਰੈਫਰੈਂਸਸ ਦੇ ਅਕੋਰਡਿੰਗ ਆਪਣੀ ਇੰਸ਼ੋਰੈਂਸ ਪਿਕ ਕਰ ਸਕਦੇ ਹੋ। ਪਰ ਜੇਕਰ ਇਦਾਂ ਦੀ ਕੋਈ ਕੰਡੀਸ਼ਨ ਨਾ ਹੋਵੇ ਤੇ ਉਹ ਇੰਸ਼ੋਰੈਂਸ ਸਿਲੈਕਟ ਕਰਨੀ ਹੋਵੇ ਜਿਹੜੀ ਸਾਰੀ ਹੀ ਪੈਰਾਮੀਟਰਸ ਤੇ ਕਾਫੀ ਡੀਸੈਂਟ ਹੋਵੇ ਤਾਂ ਸਾਡੀ ਰਿਕਮੈਂਡੇਸ਼ਨ ਦੇ ਅਕੋਰਡਿੰਗ ਉਹ ਹੈਗੀ ਜਾਂ ਤਾਂ ਟਾਟਾ AIG ਮੈਡੀਕੇਅਰ ਪ੍ਰੀਮੀਅਰ ਜਾਂ ਫਿਰ ਬਜਾਜ ਅਲੀਅੰਸ ਸੁਪਰੀਮ ਅਲਟੀਓਮੋ। HDFC Ergo ਸੁਰੱਖਿਆ ਪਲਾਟੀਨਮ ਵੀ ਕਾਫੀ ਵਧੀਆ ਇੰਸ਼ੋਰੈਂਸ ਹੈ, ਬਟ ਇਹਦੇ ਵਿੱਚ ਮੈਟਰਨਿਟੀ ਤੇ OPD ਐਕਸਪੈਂਸਸ ਕਵਰ ਨਹੀਂ ਹੁੰਦੇ ਤੇ ਇਹਨਾਂ ਦਾ ਪ੍ਰੀ ਐਗਜ਼ਿਸਟਿੰਗ ਡਿਸੀਜ਼ ਲਈ ਵੇਟਿੰਗ ਪੀਰੀਅਡ ਵੀ ਹਾਈ ਹੈ। ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੀ ਪਾਲਿਸੀ ਦੇ ਨਾਲ ਜਾ ਰਹੇ ਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕੀਪ ਫਾਈਟਿੰਗ।